वाहिगुरु जी का खालसा, वाहिगुरु जी की फतेह जी. In yesterday's video, we discussed and translated the 10th pauri of Japji Sahib. Today, we will be bringing forth the translation of the 11th pauri. ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ 10ਵੀਂ ਪੌੜੀ ਦੀ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ. ਅੱਜ ਇਸ ਲੜੀ ਨੂੰ ਅੱਗੇ ਤੋਰਦੇ ਹਾਂ. ਜਪਜੀ ਸਾਹਿਬ ਜੀ ਦੀ 11ਵੀਂ ਪੌੜੀ ਦੀ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਵੇਗੀ. So first and foremost, let us begin by doing the part of this pauri followed by its translation. ਆਓ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ 11ਵੀਂ ਪੌੜੀ ਦੇ ਪਾਠ ਦੇ ਨਾਲ ਜੁੜੀਏ ਅਤੇ ਪਾਠ ਤੋਂ ਉਪਰੰਤ ਇਸ ਪੌੜੀ ਦੀ ਵਿਚਾਰ ਆਪ ਸਭ ਦੇ ਨਾਲ ਸਾਂਝੀ ਕੀਤੀ ਜਾਵੇਗੀ ਜੀ. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ. ਧੰਨ ਵਾਹਿਗੁਰੂ ਸਾਹਿਬ ਜੀ. ਸੁਣੈ ਸਰਾ ਗੁਣਾ ਕੇ ਗਾ, ਸੁਣੈ ਸ਼ੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵਹਿ ਰਾ, ਸੁਣੈ ਹਾਥ ਹੋਵੈ ਅਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ. So in this pauri, Guru Pasha begins by stating ਵੀ ਸੁਣਿਆ ਸਰਾ ਗੁਣਾ ਕੇ ਗਾ. ਇੱਥੇ ਪਾਤਸ਼ਾਹ ਸ਼ੁਰੂਆਤ ਕਰਦੇ ਨੇ, ਕਹਿੰਦੇ ਨੇ ਵੀ ਉਹਦੀ ਸਮਝ ਪ੍ਰਾਪਤ ਕਰਕੇ, ਉਹਨਾਂ ਨਿਯਮਾਂ ਦੀ ਸਮਝ ਪ੍ਰਾਪਤ ਕਰਕੇ, ਗਿਆਨ ਦੀ ਪ੍ਰਾਪਤੀ ਕਰਕੇ, ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ ਜਿਹੜਾ ਗੁਣਾਂ ਦਾ ਸਮੁੰਦਰ ਤੁਹਾਡੇ ਅੰਦਰ ਵਗ ਰਿਹਾ ਹੈ ਉਹਨੂੰ ਤੁਸੀਂ ਅਨਲੌਕ ਕਰ ਸਕਦੇ ਹੋ. ਉਹਨਾਂ ਗੁਣਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ. ਗੁਰੂ ਸਾਹਿਬ ਜੀ says by implementing that understanding of the system of nature, by gaining wisdom from that system, by implementing Guru's teachings into your life, what can happen? You can unlock that ocean of virtues that is within you and connect yourself with that ocean, connect yourself with those virtues. ਜਿਵੇਂ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਬੇਨਤੀ ਕੀਤੀ ਸੀ ਕਿ ਸਾਨੂੰ ਗਲਤ ਸਿਖਾਇਆ ਗਿਆ. In yesterday's video, we also explained that we have been taught wrong. Our whole lives, we have been taught one can only become virtuous if he is a religious person. ਵੀ ਫਲਾਣੇ ਧਾਰਮਿਕ ਸਥਾਨ ਤੇ ਜਾ ਕੇ ਬੰਦਾ ਗੁਣਾਂ ਦਾ ਧਾਰ ਨਹੀਂ ਬਣ ਸਕਦਾ ਹੈ. ਜੇ ਉਹ ਧਰਮ ਦੇ ਨਾਮ ਤੇ ਕਰਮ ਕਾਂਡ ਕਰੇ ਫਿਰ ਉਹ ਗੁਣਾਂ ਦਾ ਧਾਰ ਨਹੀਂ ਬਣ ਸਕਦਾ. ਨਹੀਂ, ਪਾਤਸ਼ਾਹ ਕਹਿੰਦੇ ਨੇ ਠੀਕ ਹੈ, it's our identity. We are to keep this identity. ਇਹ ਸਾਡੀ ਆਈਡੈਂਟੀਟੀ ਹੈ, ਸਾਡਾ ਕੌਮੀ ਕਨਸੈਪਟ ਹੈ, ਹਰੇਕ ਨੂੰ ਰੱਖਣਾ ਵੀ ਚਾਹੀਦਾ ਹੈ. ਕੱਲ ਵਾਲੀ ਵੀਡੀਓ ਵਿੱਚ ਆਪਾਂ ਵਿਸਥਾਰ ਨਾਲ ਬੇਨਤੀ ਕੀਤੀ ਸੀ. ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਉਹ ਗੁਣਾਂ ਦਾ ਖਜ਼ਾਨਾ ਤੁਹਾਡੇ ਅੰਦਰ ਬੈਠਾ ਹੈ. That ocean of virtues, that treasure of virtues is within you. It is all about unlocking that treasure chest with what? With the key that wisdom provides you, with the key that Guru's gyan, Guru's teachings provide you. ਬਸ ਉਸ ਖਜ਼ਾਨੇ ਨੂੰ ਖੋਲਣ ਦੀ ਗੱਲ ਹੈ. ਤੇ ਉਹ ਖਜ਼ਾਨਾ ਖੁੱਲਦਾ ਕਿਵੇਂ ਜੀ? ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ. ਜੋ ਗਿਆਨ ਹਾਸਲ ਕਰਦਾ ਬੰਦਾ ਤਾਂ ਉਸ ਖਜ਼ਾਨੇ ਨੂੰ ਖੋਲ ਸਕਦਾ ਹੈ, ਉਹ ਗੁਣਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਸਕਦਾ. ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ. Like people used to go to the sheikhs to gain wisdom, like the people used to go to Peer to gain wisdom. Like in our culture, what do we say? We say we are going to go to that Baba to gain wisdom. We are going to go to that Pujari to gain wisdom. But Guru Sahib Ji says, no, that wisdom is hidden within the understanding of the system of nature. That wisdom is hidden within you. It is all about obtaining that wisdom. It is all about self-realization. ਜਿੱਦਾਂ ਲੋਕੀ ਕਹਿੰਦੇ ਹੁੰਦੇ ਸਨ ਵੀ ਅਸੀਂ ਸ਼ੇਖਾਂ ਦੇ ਕੋਲ ਜਾਂਦੇ ਹਾਂ, ਉਹ ਬੜੇ ਗਿਆਨਵਾਨ ਹੁੰਦੇ ਜੀ, ਪੀਰਾਂ ਦੇ ਕੋਲ ਬਹੁਤ ਗਿਆਨ ਹੁੰਦਾ. ਸਾਡੇ ਕੀ ਕਹਿੰਦੇ ਨੇ? ਬਾਬਿਆਂ ਦੇ ਕੋਲ ਬਹੁਤ ਗਿਆਨ ਹੁੰਦਾ ਜੀ, ਪੁਜਾਰੀਆਂ ਦੇ ਕੋਲ ਬਹੁਤ ਗਿਆਨ ਹੁੰਦਾ. ਪਾਤਸ਼ਾਹ ਕਹਿੰਦੇ ਨੇ ਨਹੀਂ, ਅਸਲ ਦੇ ਵਿੱਚ ਉਹ ਗਿਆਨ ਨਿਯਮਾਂ ਦੀ ਸਮਝ ਦੇ ਵਿੱਚ ਲੁਕਿਆ ਹੋਇਆ ਹੈ. ਬਸ ਉਹਦੀ ਸਮਝ, ਉਹਨਾਂ ਦੀ ਸਮਝ ਦੇ ਵਿੱਚ ਜੁੜਨ ਦੀ ਲੋੜ ਹੈ. ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਸੁਣਿਆ ਸ਼ੇਖ ਪੀਰ ਪਾਤਸ਼ਾਹ. ਵੀ each and every individual has the ability to become his own king, has the ability to become his own conqueror. ਆਪਾਂ ਕਹਿੰਦੇ ਨਾ ਵੀ ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹ ਬਣਾਇਆ.
ਪਾਤਸ਼ਾਹ ਦਾ ਮਤਲਬ ਕੀ ਆ ਵੀ ਸਾਡੇ ਕੋਲ ਆਪਣੀ ਤਕਦੀਰ ਲਿਖਣ ਦਾ ਆਪ ਖੁਦ ਬਲ ਹੈ। ਅਸੀਂ ਆਪਣੀ ਤਕਦੀਰ ਆਪ ਲਿਖ ਸਕਦੇ ਹਾਂ। ਅਸੀਂ ਆਪਣੇ ਮਨ ਦੇ ਰਾਜੇ ਆਪ ਬਣ ਸਕਦੇ ਹਾਂ। ਇਹ ਨਹੀਂ ਵੀ ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹ ਬਣਾਇਆ, ਇਹਦਾ ਮਤਲਬ ਸਾਨੂੰ ਖੁੱਲੀ ਛੁੱਟੀ ਹੈ, ਜਿੱਥੇ ਮਰਜ਼ੀ ਜਾ ਕੇ ਅਸੀਂ ਧਰਮ ਦੇ ਨਾਮ ਤੇ ਧੱਕਾ ਕਰੀਏ। ਇਹ ਨਹੀਂ ਵੀ ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹੀ ਦਿੱਤੀ ਹੈ, ਇਹਦਾ ਮਤਲਬ ਪੁਲਿਸ ਵਾਲੇ ਦਾ ਗੁੱਟ ਵੱਢ ਕੇ ਆ ਜਾਈਏ ਫਿਰ ਕਹੀਏ ਅਸੀਂ ਵਿਸ਼ਵ ਦੇ ਰਾਜੇ ਹੁੰਨੇ ਜੀ। ਨਹੀਂ, ਗੁਰੂ ਸਾਹਿਬ ਨੇ ਸਾਨੂੰ ਆਪਣੇ ਬਣਾਇਆ। ਠੀਕ ਹੈ ਜੀ। ਅਵਾਰੇ ਹੋਣ ਦਾ ਸਬੂਤ ਨਾ ਦੁਨੀਆ ਦੇ ਲੋਕਾਂ ਨੂੰ ਦਈਏ। ਇਹ ਨਾ ਕਹੀਏ ਵੀ ਅਸੀਂ ਧਰਮ ਦੇ ਨਾਮ ਤੇ ਧੱਕਾ ਕਰਦੇ ਹਾਂ, ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਦਿੰਨੇ, ਤੇ ਫਿਰ ਅਸੀਂ ਕਹਿੰਦੇ ਆ ਵੀ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਨਹੀਂ, ਅਸੀਂ ਬਹੁਤ ਧੱਕਾ ਕਰ ਰਹੇ ਹਾਂ ਗੁਰੂ ਸਾਹਿਬ ਦੇ ਨਾਲ। ਫਿਰ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਆਪਣੇ ਬਣਾਇਆ, ਅਵਾਰੇ ਹੋਣ ਦਾ ਸਬੂਤ ਨਾ ਦੁਨੀਆ ਦੇ ਲੋਕਾਂ ਨੂੰ ਦਈਏ। ਪਾਤਸ਼ਾਹ ਦਾ ਮਤਲਬ ਆਪਣੇ ਮਨ ਦੇ ਰਾਜੇ ਆਪ ਬਣੀਏ। ਅਸੀਂ ਮਨ ਜੀਤੇ ਜਗਜੀਤ ਵਾਲੀ ਗੱਲ ਆਪਣੇ ਜ਼ਿੰਦਗੀ ਵਿੱਚ ਲਾਗੂ ਕਰੀਏ। ਪਾਤਸ਼ਾਹ means conqueror, ਪਾਤਸ਼ਾਹ means king. Guru Sahib Ji gave us the ability to become our own kings. Guru Sahib Ji gave us the ability to conquer our minds. Let us not do tyranny in the name of religion. Let us not do takka in the name of religion. We will not let people speak their own minds. We will not let people have their own interpretation of how they view Gurbani. And then we will say, oh, Guru Sahib made us Padshah. This is our birthright. No, Padshah means Guru Sahib Ji made you conquerors of your mind. Once you conquer yourself, bring that understanding into your life and connect yourself with the ocean of virtues that is within you. That is what Padshah means. Sune Sheikh Peer Padshah, sune ande paveh ra. We have the ability to change our own lives. If yesterday we were walking on the wrong path, today we gain wisdom, today we gain virtues, and we can begin walking on the right path. ਸਾਡੇ ਕੋਲ ਉਹ ਬਲ ਹੈ ਆਪਣੀ ਤਕਦੀਰ ਆਪ ਲਿਖਣ ਦਾ। ਜੇ ਕੱਲ ਮਾੜੇ ਕੰਮ ਕਰ ਰਹੇ ਸੀ, ਅੱਜ ਜੇ ਸਮਝ ਆ ਗਈ, ਜੇ ਜ਼ਿੰਦਗੀ ਵਿੱਚ ਬਦਲਾਅ ਆ ਗਿਆ, ਫਿਰ ਕੀ ਹੁੰਦਾ ਜੀ? ਫਿਰ ਤੁਸੀਂ ਸੱਚ ਦੇ ਮਾਰਗ ਦੇ ਉੱਤੇ ਤੁਰ ਸਕਦੇ ਹੋ। ਸੁਣੇ ਹੱਥ ਹੋਵੇ ਅਸਗਾ, and the unfathomable can become within your reach. What does that mean? That means like how the Pujari used to say, God is unfathomable. God is limitless. Not the God that is the system of nature, but the God that they created with their own minds. They used to do prachar about that God. If you are of a low caste, you cannot understand that God. ਜਿੱਦਾਂ ਪੁਜਾਰੀ ਇਹ ਪ੍ਰਚਾਰ ਕਰਦਾ ਸੀ, ਇੱਕ ਰੱਬ ਨੂੰ ਘੜ ਕੇ ਉਹਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਰੱਬ ਬੜਾ ਬੇਅੰਤ ਹੈ ਜੀ, ਰੱਬ ਨੂੰ ਤੁਸੀਂ ਪਾ ਨਹੀਂ ਸਕਦੇ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਨਹੀਂ, ਉਹ ਸਮਝ ਆ ਗਈ, ਉਹ ਗਿਆਨ ਆ ਗਿਆ। I understood that system of nature. I gained wisdom through that understanding. I implemented that wisdom within my life, and then what happened? I realized that I'm a part of the Creator. I am a part of the creation. I connected myself with who? I connected myself with my own self-realization. ਜਦੋਂ ਭਗਤ ਰਵਿਦਾਸ ਜੀ ਵਰਗੇ ਗੱਲ ਕਰਦੇ ਨਾ ਵੀ ਦੁਨੀਆ ਦੇ ਲੋਕ ਮੈਨੂੰ ਸ਼ੂਦਰ ਕਹਿ ਕੇ ਬੁਲਾਉਂਦੇ ਨੇ, ਪੁਜਾਰੀ ਮੈਨੂੰ ਕਹਿੰਦਾ ਮੈਂ ਪਾਗਲ ਹੋ ਗਿਆ ਜੀ, ਪੁਜਾਰੀ ਮੈਨੂੰ ਕਹਿੰਦਾ ਕਿ ਮੈਂ ਰੱਬ ਦੇ ਦਰਸ਼ਨ ਨਹੀਂ ਕਰ ਸਕਦਾ, ਰੱਬ ਨੂੰ ਮੈਂ ਪਾ ਨਹੀਂ ਸਕਦਾ। ਭਗਤ ਰਵਿਦਾਸ ਜੀ ਜਦੋਂ ਇਦਾਂ ਸਵੈਮਾਨ ਨਾਲ ਕਹਿੰਦੇ ਨੇ ਨਾ ਵੀ ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ। ਤੁਸੀਂ ਕਹਿੰਦੇ ਸੀ ਨਾ ਰੱਬ ਸਾਡਾ 7ਵੇਂ ਅਸਮਾਨ ਤੇ ਰਹਿੰਦਾ ਜੀ, ਨਹੀਂ, ਉਹ ਤਾਂ ਮੇਰੇ ਹੱਥਾਂ ਪੈਰਾਂ ਨਾਲੋਂ ਨੇੜੇ ਵਸਦਾ। ਮੇਰੇ ਕਰ ਲੋ ਜੋ ਕਰਨਾ, ਹੁਣ ਸਹਿਜੇ ਹੋਏ ਸੋ ਹੋਈ। ਹੁਣ ਰਵਿਦਾਸ ਨੇ ਪਾ ਲਿਆ, ਕਬੀਰ ਨੇ ਪਾ ਲਿਆ। If you want to do tyranny in the name of religion, if you want to say that Kabir has become crazy, if you want to say that Ravidas has lost the path, that Ravidas is wavering off the path, say whatever you want, but I have connected with myself. I have reached that unfathomable ocean of virtues that was within me. ਕਹਿੰਦੇ ਨੇ ਹੁਣ ਤਾਂ ਮੈਂ ਪਾ ਲਿਆ ਜੀ, ਤੁਸੀਂ ਜੋ ਮਰਜ਼ੀ ਕਹੋ, ਮੈਨੂੰ ਗਦਾਰ ਕਹੋ, ਮੈਨੂੰ ਦੁਖੀ ਕਹੋ, ਮੈਨੂੰ ਨਿੰਦਕ ਕਹੋ, ਮੈਨੂੰ ਕਹੋ ਕਿ ਕਬੀਰ ਪਾਗਲ ਹੋ ਗਿਆ, ਰਵਿਦਾਸ ਰਾਹ ਤੋਂ ਭਟਕ ਗਿਆ, ਪਰ ਕਹਿੰਦੇ ਨੇ ਹੁਣ ਤਾਂ ਮੈਂ ਆਪਣੇ ਆਪ ਨਾਲ ਸਾਂਝ ਪਾ ਲਈ। ਕਹਿ ਰਵਿਦਾਸ ਹਾਥ ਪਹਿ ਨੇਰੇ, ਸੁਣੇ ਹਾਥ ਹੋਵੇ ਅਸਗਾ। ਫਿਰ ਕੀ ਹੁੰਦਾ ਜੀ? ਨਾਨਕ ਭਗਤਾਂ ਸਦਾ ਵਿਗਾਸ।
सुने दुख पाप का नाश. Guru Sahib Ji says that key to happiness is within you. No one can take happiness away from you, and no one can make you suffer. That the technique to dealing with suffering is within you, and the key to remaining happy is also within you. It is all about self-realization. It is all about connecting yourself to the wisdom, connecting yourself to Guru's teachings, and connecting yourself to the understanding of the system of nature. ਇੱਕ ਗੱਲ ਯਾਦ ਰੱਖੋ ਕਿ ਕੋਈ ਜਾਣਾ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਤੇ ਕੋਈ ਜਾਣਾ ਤੁਹਾਨੂੰ ਇਹ ਜੁਗਤੀ ਨਹੀਂ ਦੇ ਸਕਦਾ ਵੀ ਇਦਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ. ਨਹੀਂ, ਆਨੰਦ ਤੁਸੀਂ ਆਪਣੇ ਆਪ ਵਿੱਚੋਂ ਪ੍ਰਗਟ ਕਰਨਾ ਹੈ ਤੇ ਦੁੱਖਾਂ ਦੇ ਨਾਲ ਲੜਨਾ ਕਿਵੇਂ ਹੈ ਇਹ ਵੀ ਤਰੀਕਾ ਤੁਸੀਂ ਆਪਣੇ ਆਪ ਨੂੰ ਸਿਖਾਉਣਾ ਹੈ. ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ. ਇੱਕ ਗੱਲ ਜ਼ਰੂਰ ਹੈਗੀ ਆ, ਜਦੋਂ ਸਮਝ ਆ ਗਿਆ, ਜਦੋਂ ਗਿਆਨ ਆ ਗਿਆ, ਜਦੋਂ ਗੁਣਾਂ ਦੇ ਤੁਸੀਂ ਧਾਰਨੀ ਬਣ ਗਏ, ਫਿਰ ਜਿਹੜਾ ਦੁੱਖ ਤੁਸੀਂ ਵਿਕਾਰਾਂ ਦੀ ਸੰਗਤ ਵਿੱਚ ਰਹਿ ਕੇ ਮਹਿਸੂਸ ਕਰਦੇ ਸੀ ਉਹ ਦੁੱਖ ਕੱਟਿਆ ਜਾ ਸਕਦਾ ਹੈ, ਪਰ ਕੱਟਣਾ ਤੁਹਾਨੂੰ ਆਪ ਪੈਣਾ ਹੈ. ਮਾੜੀ ਸੋਚ ਤੁਹਾਡੀ ਕੱਟੀ ਜਾ ਸਕਦੀ ਹੈ, ਪਰ ਉਹ ਵੀ ਤੁਹਾਨੂੰ ਆਪ ਕੱਟਣੀ ਪੈਣੀ ਹੈ. ਯੂ ਹੈਵ ਟੂ ਫਾਈਟ ਵਿਥ ਯਰ ਵਾਈਸਿਸ. ਯੂ ਹੈਵ ਟੂ ਫਾਈਟ with that bad thinking that is always overtaking your brain. How can I backstab that person and get ahead in my own life? Guru Sahib Ji says that technique of eternal happiness can be obtained by understanding that system of nature. That technique to eternal happiness can be obtained by bringing virtues, by listening to Guru's teachings, by bringing wisdom into your life. But after you implement virtues, you have to fight that battle on a daily basis with yourself as well. Nanak bhagtan sada vigas, sune dukh paap ka naas. So aao let us read. ਇੱਥੇ ਸੁਣੇ ਪੌੜੀਆਂ ਦੀ ਸਮਾਪਤੀ ਹੁੰਦੀ ਹੈ. ਕੱਲ ਵਾਲੀ ਵੀਡੀਓ ਦੇ ਵਿੱਚ ਜਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਮੰਨੇ ਵਾਲੀਆਂ ਪੌੜੀਆਂ ਤੋਂ ਸ਼ੁਰੂ ਕਰਾਂਗੇ ਵੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ. ਸੋ ਅੱਜ ਲਈ ਆਓ ਗੁਰਬਾਣੀ ਪੜ੍ਹ ਕੇ, ਗੁਰਬਾਣੀ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ ਜਿਵੇਂ ਕਿ ਸਾਡਿਆਂ ਗੁਰੂ ਪਾਤਸ਼ਾਹਾਂ ਨੇ ਲਾਏ ਸਨ. Let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ's teachings into our life so that we may live a life full of confidence, a life full of freedom like our Guru Patshaha lived before us. ਗੁਰਬਾਣੀ ਪੜ੍ਹ ਕੇ ਵਿਚਾਰ ਕੇ ਇਹ ਸਮਝੀਏ ਕਿ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਗੁਰੂ ਪਾਤਸ਼ਾਹਾਂ ਨੇ ਦੁਨੀਆ ਨੂੰ, ਸਮਾਜ ਨੂੰ ਨਿਭਾ ਕੇ ਵਿਖਾਈਆਂ. ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ. ਦਿਓ ਇਜਾਜ਼ਤ, ਬਲਾਓ ਫਤਿਹ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.